ਉਹਦੇ ਲਈ ਇਹ ਤਾਂ ਨਹੀਂ ਹੈਗਾ ਵੀ ਆਪਾਂ ਕਹਿ ਦਿੱਤਾ। ਦੇਖੋ ਪ੍ਰਧਾਨ ਜੀ ਨੂੰ ਮੈਨੂੰ ਲੱਗਦਾ ਸੁਣਨ 'ਚ ਗਲਤੀ ਹੋਈ ਆ। ਠੀਕ ਹੈ, ਦੁਕਾਨਦਾਰਾਂ ਦੀ ਵੀ ਨੁਮਾਇੰਦਗੀ ਕਰਦੇ ਆ ਉੱਤੇ, ਉਹ ਸ਼ਹਿਰ ਦੇ ਵੀ ਨਹੀਂ ਮੰਨਦੇ ਆ। ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਅਸੀਂ ਸ਼ਹਿਰਦਾਰ ਵੀ ਆ, ਦੁਕਾਨਦਾਰ ਵੀ ਸਾਡੇ ਆ। ਚਲਾਨ ਤਾਂ ਉਦੋਂ ਕੱਟਿਆ ਜਾਣਾ ਜਦੋਂ ਇੱਕ ਬੰਦਾ 10 ਵਾਰ ਗਲਤੀ ਕਰਨ ਤੋਂ ਬਾਅਦ। ਜ਼ਰੂਰੀ ਸਵਾਲ ਹੈ। ਪਿਛਲੇ ਦਿਨ ਹੀ ਆਪਾਂ ਦੇਖਿਆ ਕਿ ਕੋਠੀ ਰੋਡ ਤੇ ਇੱਕ ਸਨੈਚਿੰਗ ਹੋਈ ਹੈ ਔਰ ਸੁਣਨ 'ਚ ਆਇਆ ਸੀ ਕਿ ਉਹਨਾਂ ਕੋਲ ਪਿਸਟਲ ਵੀ ਆ। ਅਸੀਂ ਚਾਹੁੰਦੇ ਹਾਂ ਕਿ ਕੋਠੀ ਰੋਡ ਤੇ, ਰੇਲਵੇ ਰੋਡ ਤੇ, ਗੀਤਾ ਭਵਨ ਰੋਡ ਤੇ ਕੈਮਰਾਸ ਹੋਣ, ਕੈਮਰਾ ਵੀ ਲਗਾਏ ਜਾਣ, ਜਿਹਦੇ ਕਰਕੇ ਤੁਸੀਂ SSP ਸਾਹਿਬ ਜਾਂ DC ਸਾਹਿਬ ਨਾਲ ਗੱਲ ਕਰੋ ਤਾਂ ਜੋ ਕੈਮਰੇ ਪ੍ਰਸ਼ਾਸਨ ਵੱਲੋਂ ਲਗਾਏ ਜਾਣ। ਬਿਲਕੁਲ ਜੀ, ਇਹਦੇ ਵਾਸਤੇ ਆਪਾਂ ਮਿਲਾਂਗੇ, ਇਹ ਗੱਲ ਵੀ ਕਰਾਂਗੇ ਜਦੋਂ ਕਾਰਵਾਈ ਹੋਵੇ। ਮੇਰਾ ਕਹਿਣ ਦਾ ਭਾਵ ਇੱਕੋ ਹੀ ਆ ਵੀ ਕਾਰਵਾਈ ਲਈ ਸਾਰਿਆਂ ਲਈ ਇੱਕ ਅੱਖ ਹੋਣੀ ਚਾਹੀਦੀ ਆ, ਵੀ ਪੱਖਪਾਤ ਨਹੀਂ ਹੋਣਾ ਚਾਹੀਦਾ ਵੀ ਇੱਥੇ ਪਰਮ ਖਾਲਸੇ ਦਾ ਫੋਨ ਆ ਗਿਆ, ਪ੍ਰਧਾਨ ਜੀ ਦਾ ਆ ਗਿਆ, ਬੱਲੂ ਜੀ ਦਾ ਆ ਗਿਆ। ਨਹੀਂ, ਮੈਂ ਉਹੀ ਗੱਲ ਕਰਦਾ ਨਾ ਜੀ, ਮਤਲਬ ਸਿਫਾਰਿਸ਼ ਨਹੀਂ ਹੋਣੀ ਚਾਹੀਦੀ। ਅਸਲ ਦੇ ਵਿੱਚ ਬਕਾਇਦਾ ਜਿਹੜਾ ਜਿਸ ਤਰ੍ਹਾਂ ਦੁਕਾਨਦਾਰ ਵੀਰਾਂ ਨੇ ਬੇਨਤੀ ਕੀਤੀ ਆ ਵੀ ਇੱਥੇ ਕਾਰਾਂ ਬਹੁਤ ਖੜ੍ਹਦੀਆਂ, ਵਾਕਿਆ ਗੱਲ ਸਹੀ ਆ। ਇੱਥੇ ਇੱਕ ਮਤਾ ਪਿਆ ਸੀ ਨਗਰ ਕੌਂਸਲ ਦੇ ਅੰਦਰ ਵੀ ਇੱਕ ਤਾਂ ਜਿਹੜੀ ਆ 1 ਵੇ ਪਾਰਕਿੰਗ ਕੀਤੀ ਜਾਵੇ। ਜਿਹੜੀ ਗੱਡੀ ਚੰਡੀਗੜ੍ਹ ਚੌਂਕ ਤੋਂ ਵੜੂਗੀ ਉਹ ਇੱਧਰ ਨਿਕਲੂਗੀ, ਇੱਧਰੋਂ ਬਾਹਰ ਨਹੀਂ ਆਊਗੀ। ਠੀਕ ਹੈ ਜੀ, ਉਹਦੇ ਨਾਲ ਕੀ ਆ, ਤੁਹਾਡੇ ਥਰੂ ਫਿਰ ਦੁਬਾਰਾ ਕਹਿਣਾ ਚਾਹੁੰਦਾ, ਇਹ ਦੁਕਾਨਦਾਰ 2, 4, 5% ਹੈ ਜਿਹੜੇ ਓਵਰ ਚੱਲਦਾ ਅੱਗੇ ਨੂੰ ਵੱਧਦੇ ਆ। ਉਹ 90% ਨੂੰ ਖਰਾਬ ਕਰਦੇ 10% ਬੰਦੇ, ਸਾਰੇ ਨਹੀਂ ਹੈ। ਅੱਜ ਉਹਨਾਂ ਦੇ ਵਿੱਚੋਂ ਹੀ ਸਾਰਿਆਂ ਨੇ ਕਿਹਾ ਕਿ ਵੀ ਸਾਡੀ ਚਲਾਨ ਦੀ ਪਰਚੀ ਕੀਤੀ ਜਾਵੇ, ਉਹਨਾਂ ਨੂੰ 500 ਰੁਪਏ ਜੁਰਮਾਨਾ ਲਾਇਆ ਜੀ। ਇਹ ਦੁਕਾਨਦਾਰਾਂ ਦਾ ਹੀ ਫੈਸਲਾ, ਉਹ ਪ੍ਰਧਾਨ ਜੀ ਨੇ ਮੰਨ ਲਿਆ। ਦੂਜੇ ਨੰਬਰ 'ਤੇ ਖਾਲਸਾ ਜੀ ਨੇ ਇੱਕ ਗੱਲ ਕਹੀ ਹੈ ਵੀ SDM ਦੇ ਕੋਲ ਚਲਾਨ ਜਾਵੇ। ਮੈਂ ਉਸ ਹੱਕ 'ਚ ਨਹੀਂ ਹੈ, ਨਾ ਅਸੀਂ ਇੱਦਾਂ। ਉਹ ਪ੍ਰਧਾਨ ਜੀ ਬੈਠੇ ਆ, ਕਰੋਨਾ ਤਾਂ ਹੁਣ ਆਇਆ, ਇਹ ਤਾਂ ਪਿਛਲੇ 15 ਸਾਲਾਂ ਤੋਂ ਇਹ ਚੱਲ ਰਿਹਾ। ਇਹ ਪ੍ਰਧਾਨ ਰਹੇ ਆ, ਇਹ ਖੁਦ ਉਸ ਕਮੇਟੀ ਦੇ ਮੈਂਬਰ ਰਹੇ ਆ। ਇਹ 15 ਅੱਜ ਤੋਂ 10 ਸਾਲ ਪਹਿਲਾਂ ਨਹੀਂ ਕਰਾ ਸਕੇ ਲਾਗੂ, ਤੇ ਅੱਜ ਕਰੋਨਾ ਦੀ ਗੱਲ ਹੈ। ਠੀਕ ਹੈ, ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ, ਲੇਕਿਨ ਉਹ ਉਦੋਂ ਕੱਟੇ ਜਾਣਾ ਚਲਾਨ ਜਦੋਂ ਉਹ ਬਾਰ-ਬਾਰ ਗਲਤੀ ਕਰਦਾ। ਇਹਦੇ ਹੱਕ 'ਚ ਹੈਗਾ, ਪਰ ਉਹ ਜਿਹੜਾ ਬੰਦਾ ਬਹੁਤ ਢੀਠ ਹੋਵੇ ਉਹਦੇ ਨਾਲ, ਠੀਕ ਹੈ ਜੀ। ਛੋਟੇ ਦੁਕਾਨਦਾਰ ਜਿਹੜਾ ਉਹ ਬਹੁਤ ਅੱਜ ਦੀ ਮੁਸ਼ਕਲ 'ਚ ਜਿਹੜਾ ਦੌਰ ਚੱਲਦਾ ਪਿਆ, ਦੁਕਾਨਦਾਰੀ ਫੇਲ ਹੋਈ ਪਈ। ਦੇਖੋ, ਮੈਂ ਭਾਟੀਆ ਸਾਹਿਬ ਨੂੰ ਪਹਿਲਾਂ ਕਹਿਣਾ ਵੀ ਦੇਖੋ ਪ੍ਰਧਾਨ ਜੀ ਤੁਸੀਂ ਆ, ਜੇ ਤੁਸੀਂ ਵਪਾਰ ਮੰਡਲ ਨੂੰ ਆਪਣੇ ਕਾਬੂ ਕਰ ਲਓ ਤਾਂ ਨਗਰ ਕੌਂਸਲ ਨੂੰ ਇਹ ਸਾਡੇ ਨੌਬਤ ਹੀ ਨਾ ਆਵੇ। ਨਹੀਂ, ਸਹਿਯੋਗ ਨਹੀਂ ਦੇਵਾਂਗੇ। ਸਹਿਯੋਗ ਤਾਂ ਪਿਛਲੇ 10 ਸਾਲ ਤੋਂ ਤੁਸੀਂ ਦੇ ਰਹੇ ਆ। ਮੈਂ ਤੁਹਾਨੂੰ ਕਿਹਾ ਵੀ ਤੁਸੀਂ ਮੈਂ ਵੀ ਉਸ ਕਮੇਟੀ 'ਚ ਰਿਹਾ ਤੇ ਤੁਸੀਂ ਵੀ ਉਸ ਕਮੇਟੀ 'ਚ ਰਹੇ ਹੋ ਭਾਟੀਆ ਸਾਹਿਬ। ਤੇ ਸਤਿ ਸ਼੍ਰੀ ਅਕਾਲ ਜੀ, PB ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ। ਮੈਂ ਦਿਨੇਸ਼ ਸੂਰੀ। ਦੋਸਤੋ, ਇਸ ਸਮੇਂ ਅਸੀਂ ਨਗਰ ਕੌਂਸਲ ਆਫਿਸ ਵਿੱਚ ਮੌਜੂਦ ਹਾਂ। ਸਾਰੇ ਦੁਕਾਨਦਾਰ ਵੀਰ, ਵੱਡੇ ਛੋਟੇ ਵੀਰ ਇੱਥੇ ਮੌਜੂਦ ਆ, ਬਜ਼ੁਰਗ ਵੀ ਮੌਜੂਦ ਨੇ ਔਰ ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ ਜੀ ਵੀ ਮੌਜੂਦ ਨੇ, ਵਪਾਰ ਮੰਡਲ ਤੋਂ ਸਾਡੇ ਭਾਟੀਆ ਜੀ ਵੀ ਮੌਜੂਦ ਨੇ। ਔਰ ਅੱਜ ਇੱਕ ਮੀਟਿੰਗ ਹੋਈ ਹੈ ਜਿਹਦੇ ਜਿਵੇਂ ਮੈਂ ਦੱਸ ਦਿੰਦਾ ਕਿ ਅਰਲੀਅਰ ਵੀ ਅਸੀਂ 2-3 ਵਾਰ ਪ੍ਰਧਾਨ ਜੀ ਨਾਲ ਗੱਲਬਾਤ ਕੀਤੀ ਸੀ ਕਿ ਦੁਕਾਨਾਂ ਕਰਕੇ ਰਾਹ ਬਹੁਤ ਰੋਕਿਆ ਜਾਂਦਾ ਹੈ ਔਰ ਦੁਕਾਨਾਂ ਬਾਹਰ ਵੀ ਲਗਾਈਆਂ ਜਾਂਦੀਆਂ। ਪਰਮ ਖਾਲਸਾ ਜੀ ਵੀ ਆ ਗਏ ਤੇ ਇਹ ਜ਼ਰੂਰ ਗੱਲ ਜਿਹੜੀ ਆ ਸਪਸ਼ਟ ਕੀਤੀ ਗਈ ਸੀਗੀ, ਰੱਖੀ ਗਈ ਸੀਗੀ ਮੁੱਢਲੇ ਤੌਰ ਤੇ ਕਿ ਇੱਦਾਂ ਨਹੀਂ ਹੋਣਾ ਚਾਹੀਦਾ, ਇੱਕ ਰੂਲ ਬਣਨਾ ਚਾਹੀਦਾ, ਨੋਰਮ ਬਣਨਾ ਚਾਹੀਦਾ ਸਾਰਿਆਂ ਦੇ ਲਈ, ਜਿਹਦੇ ਉੱਤੇ ਅੱਜ ਬੜੀ ਗੰਭੀਰਤਾ ਨਾਲ ਗੱਲਬਾਤ ਹੋਈ ਹੈ, ਬੜੇ ਠਰਮੇ ਨਾਲ ਗੱਲ ਹੋਈ ਹੈ, ਸੁਝਾਅ ਲਏ ਗਏ ਆ, ਇੱਕ ਦੂਜੇ ਨਾਲ ਗੱਲ ਡਿਸਕਸ਼ਨ ਕੀਤੀ ਗਈ ਹੈ ਤਾਂ ਜੋ ਇੱਕ ਅੱਛਾ ਵੇ ਲੱਭਿਆ ਜਾਵੇ, ਬੈਲੈਂਸ ਕੀਤਾ ਜਾਵੇ। ਪ੍ਰਧਾਨ ਜੀ, ਬਹੁਤ ਨਿੱਘਾ ਸਵਾਗਤ ਹੈ ਔਰ ਦੱਸੋ ਸਾਡੀ ਆਡੀਅנס ਨੂੰ ਫੈਸਲਾ ਕੀ ਲੈ ਗਿਆ। ਸਭ ਤੋਂ ਪਹਿਲਾਂ ਤਾਂ ਜਿੰਨੇ ਵੀ ਦਰਸ਼ਕ ਇਸ ਵੇਲੇ PB ਬੱਤੀ ਚੈਨਲ ਦੇਖ ਰਹੇ ਆ ਨਵਾਂ ਸ਼ਹਿਰ, ਉਹਨਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੈ ਸ਼੍ਰੀ ਰਾਮ। ਅੱਜ ਆਪਾਂ ਜਿਵੇਂ ਕਿ ਅੱਗੇ ਵੀ ਗੱਲ ਕੀਤੀ ਸੀ, ਆਪਾਂ ਮੁਨਾਦੀ ਵੀ ਕਰਾਈ ਸੀ ਕਿ ਜਿਹੜੀ ਅਤੀਕ੍ਰਮਣ ਦੀ ਸਮੱਸਿਆ ਆ, ਜਿਹਦੇ ਕਰਕੇ ਬਾਜ਼ਾਰ ਭੀੜੇ ਹੋਏ, ਜਿਹੜੇ ਸਾਡੇ ਨਵਾਂ ਸ਼ਹਿਰ ਦੇ ਮੁੱਖ ਬਾਜ਼ਾਰ ਆ ਜਿਵੇਂ ਕਿ ਕੋਠੀ ਰੋਡ, ਗੀਤਾ ਭਵਨ ਰੋਡ, ਸਾਰੇ ਦੁਕਾਨਦਾਰ ਵੀਰਾਂ ਨਾਲ ਅਸੀਂ ਮੀਟਿੰਗ ਕੀਤੀ ਆ। ਮੈਂ ਪਹਿਲਾਂ ਤੋਂ ਕਹਿੰਦਾ ਆਇਆ ਕਿ ਅਸੀਂ ਸਖਤੀ ਦੇ ਖਿਲਾਫ ਹਾਂ। ਸੋ ਆਪਾਂ ਇੱਕ ਗਬਲਾ ਰਸਤਾ ਲੱਭੀਏ ਜਿਹਦੇ ਨਾਲ ਕਿ ਟ੍ਰੈਫਿਕ ਦੀ ਸਮੱਸਿਆ ਦਾ ਹੱਲ ਹੋ ਜਾਵੇ, ਦੁਕਾਨਦਾਰਾਂ ਦੀ ਸਮੱਸਿਆ ਦਾ ਹੱਲ ਹੋ ਜਾਵੇ, ਬਾਜ਼ਾਰਾਂ ਦੇ ਵਿੱਚ ਭੀੜ ਭਾੜ ਵੀ ਨਾ ਹੋਵੇ, ਪਬਲਿਕ ਨੂੰ ਵੀ ਕੋਈ ਇਨਕਨਵੀਨੀਅੰਸ ਨਾ ਆਵੇ। ਸੋ ਸਾਰਿਆਂ ਨੇ ਬਹੁਤ ਕੋਆਪਰੇਟ ਕੀਤਾ, ਸਾਰਿਆਂ ਨੇ ਸੁਜੈਸ਼ਨ ਦਿੱਤੀ। ਮੇਰੇ ਸਾਹਮਣੇ ਪਰਮ ਖਾਲਸਾ ਜੀ ਵੀ ਬੈਠੇ ਆ, ਇਹ ਵੀ ਵਕਤ 'ਤੇ ਆਵਾਜ਼ ਉਠਾਉਂਦੇ ਰਹੇ ਆ ਕਿ ਪਬਲਿਕ ਨੂੰ ਕਾਫੀ ਇਨਕਨਵੀਨੀਅੰਸ ਹੁੰਦੀ ਆ। ਭਾਟੀਆ ਸਾਹਿਬ ਬੈਠੇ, ਵਪਾਰ ਮੰਡਲ ਦੇ ਪ੍ਰਧਾਨ ਵੀ ਆ, ਮੇਰੇ ਸਾਥੀ ਕੌਂਸਲਰ ਵੀ ਆ। ਅਤੇ ਇਹਦੇ ਵਿੱਚ ਇਹੀ ਫੈਸਲਾ ਲਿਆ ਗਿਆ ਕਿ ਦੁਕਾਨਦਾਰਾਂ ਨੇ ਇਹ ਕਿਹਾ ਕਿ ਅਸੀਂ ਕੋਆਪਰੇਟ ਕਰਾਂਗੇ ਮਿਊਨਸਿਪਲ ਕਾਉਂਸਲ ਦੇ ਨਾਲ। ਬਸ ਇੱਕ ਇਹਨਾਂ ਦੀ ਇਹ ਰਿਕੁਐਸਟ ਸੀ ਕਿ ਮੋਰੇ ਰੱਖੜੀ ਦਾ ਤਿਉਹਾਰ ਆ ਰਿਹਾ,
ਤੇ ਵੈਸੇ ਵੀ ਕਾਫੀ ਮੰਦੀ ਚੱਲ ਰਹੀ ਆ ਕਿ ਰੱਖੜੀ ਤੱਕ ਜ਼ਿਆਦਾ ਸਖਤੀ ਨਾ ਕਰਿਓ। ਸੋ ਇਹਨਾਂ ਨੇ ਆਪ ਸੁਜੈਸਟ ਕੀਤਾ ਆ ਕਿ ਇੱਕ ਕੋਸ਼ਿਸ਼ ਕਰੂਗੇ ਇਹ ਜਿੰਨੇ ਵੀ ਦੁਕਾਨਦਾਰ ਵੀਰ ਆ ਕਿ ਜ਼ਿਆਦਾ ਸਮਾਨ ਜਿਹੜਾ ਉਹ ਬਾਹਰ ਕੱਢ ਕੇ ਨਹੀਂ ਲਾਊਗੇ। ਬਹੁਤ ਨਾਮ ਮਾਤਰ ਜਿਹਾ ਇਹ ਕਹਿੰਦੇ ਆਪਾਂ ਇਨੀਸ਼ੀਏਟਿਵ ਲਊਗੇ। ਇਹਨਾਂ ਨੇ ਇਹ ਇਨੀਸ਼ੀਏਟਿਵ ਮਤਲਬ ਇਹਨਾਂ ਨੇ ਗੱਲ ਕੀਤੀ ਆ ਔਰ ਇਹਨਾਂ ਨੇ ਆਪ ਹੀ ਸੁਜੈਸਟ ਕੀਤਾ ਕਿ ਜੇ ਕੋਈ ਜ਼ਿਆਦਾ ਬਾਹਰ ਨੂੰ ਆਉਂਦਾ ਆ ਬਾਜ਼ਾਰਾਂ ਦੇ ਵਿੱਚ ਤਾਂ ਤੁਸੀਂ ਉਹਦਾ ਚਲਾਨ ਕੱਟੋ, ਚਾਹੇ ਸਮਾਨ ਲੈ ਕੇ ਆਓ। ਇਹ ਉਹਨਾਂ ਨੇ ਆਪ ਰੱਖੀ ਆ ਕਿਉਂਕਿ ਉਹ ਕਹਿੰਦੇ ਕਿ ਅਸੀਂ ਵੀ ਸਿਰਫ ਇੱਕ ਦੂਜੇ ਦੀ ਹੋੜ ਦੇ ਵਿੱਚ ਇਹ ਕੰਮ ਜਿੱਦਾਂ ਕੋਈ 5 ਫੁੱਟ ਆਉਂਦਾ ਉਹਨੂੰ ਦੇਖ ਕੇ ਦੂਜਾ 7 ਫੁੱਟ ਆ ਜਾਂਦਾ, ਉਹਨੂੰ ਦੇਖ ਕੇ ਅਗਲਾ ਹੋਰ 2 ਫੁੱਟ ਵੱਧ ਜਾਂਦਾ। ਇਹ ਇੱਕ ਚੇਨ ਬਣਦੀ 15-15 ਫੁੱਟ ਦੇ ਉੱਤੇ ਪਹੁੰਚ ਜਾਂਦੀ ਆ ਦੁਕਾਨਾਂ ਦੇ ਬਾਹਰ। ਉਹਦੇ ਨਾਲ ਪਬਲਿਕ ਨੂੰ ਕਾਫੀ ਇਨਕਨਵੀਨੀਅੰਸ ਹੁੰਦੀ ਆ ਔਰ ਦੁਕਾਨਦਾਰਾਂ ਨੂੰ ਵੀ ਹੁੰਦੀ ਆ। ਅੱਛਾ, ਬਹੁਤ ਜ਼ਰੂਰੀ ਸਵਾਲ ਹੈ। ਪਿਛਲੇ ਦਿਨ ਹੀ ਆਪਾਂ ਦੇਖਿਆ ਕਿ ਕੋਠੀ ਰੋਡ ਤੇ ਇੱਕ ਸਨੈਚਿੰਗ ਹੋਈ ਹੈ ਔਰ ਸੁਣਨ ਚ ਆਇਆ ਸੀ ਕਿ ਉਹਨਾਂ ਕੋਲ ਪਿਸਟਲ ਵੀ ਆ। ਅਸੀਂ ਚਾਹੁੰਦੇ ਹਾਂ ਕਿ ਕੋਠੀ ਰੋਡ ਤੇ, ਰੇਲਵੇ ਰੋਡ ਤੇ, ਗੀਤਾ ਭਵਨ ਰੋਡ ਤੇ ਕੈਮਰਾਸ ਹੋਣ, ਕੈਮਰਾ ਵੀ ਲਗਾਏ ਜਾਣ, ਜਿਹਦੇ ਕਰਕੇ ਤੁਸੀਂ ਐਸਐਸਪੀ ਸਾਹਿਬ ਜਾਂ ਡੀਸੀ ਸਾਹਿਬ ਨਾਲ ਗੱਲ ਕਰੋ ਤਾਂ ਜੋ ਕੈਮਰੇ ਪ੍ਰਸ਼ਾਸਨ ਵੱਲੋਂ ਲਗਾਏ ਜਾਣ। ਬਿਲਕੁਲ ਜੀ, ਇਹਦੇ ਵਾਸਤੇ ਆਪਾਂ ਮਿਲਾਂਗੇ, ਇਹ ਗੱਲ ਵੀ ਕਰਾਂਗੇ ਅੱਗੇ ਵੀ। ਮੈਂ ਤੁਹਾਨੂੰ ਵੈਸੇ ਵੀ ਦੱਸਣਾ ਚਾਹੁੰਦਾ ਕਿ ਜਿਹੜੇ CCTV ਕੈਮਰਾਜ਼ ਆਲਰੇਡੀ ਐਗਜ਼ਿਸਟਿੰਗ ਆ, ਅਸੀਂ ਨਗਰ ਕੌਂਸਲ ਵੱਲੋਂ ਜੋ ਵੀ ਸਹਿਯੋਗ ਹੋ ਪਾਉਂਦਾ ਅਸੀਂ ਉਹ ਵੀ ਸਹਿਯੋਗ ਕਰਦੇ ਹਾਂ। ਅਤੇ ਅੱਗੇ ਵੀ ਜੇ ਸਾਡੀ ਵੀ ਕੋਈ ਲੋੜ ਪੈਂਦੀ ਆ ਮਿਊਨਿਸਪੈਲਿਟੀ ਦੀ, ਅਸੀਂ ਸਾਰੇ ਹੀ ਮੇਰੇ ਸਾਥੀ ਬੈਠੇ ਆ, ਅਸੀਂ ਸਾਰੇ ਪੁਲਿਸ ਦੀ ਸਪੋਰਟ ਕਰਨ ਲਈ ਵੀ ਤਿਆਰ ਹਾਂ। ਹਰ ਵੇ ਦੇ ਨਾਲ, ਹਰ ਲੀਗਲ ਵੇ ਦੇ ਨਾਲ ਆਪਾਂ ਉਹਨਾਂ ਦੀ ਸਪੋਰਟ ਕਰਾਂਗੇ ਅਤੇ SSP ਸਾਹਿਬ ਨੂੰ ਮਿਲ ਕੇ ਇਹ ਵੀ ਕਰਾਂਗੇ ਕਿ ਜਿਹੜੀਆਂ ਸਨੈਚਿੰਗ ਜਾਂ ਕੋਈ ਹੋਰ ਕ੍ਰਿਮੀਨਲ ਐਕਟੀਵਿਟੀਜ਼ ਜਿਹੜੀਆਂ ਖਾਸ ਕਰਕੇ ਬਾਜ਼ਾਰਾਂ ਦੇ ਵਿੱਚ ਭੀੜ ਵਾਲੇ ਇਲਾਕਿਆਂ 'ਚੋਂ ਨਾ ਹੋ ਸਕਣ। ਖਾਲਸਾ ਜੀ ਵੀ ਇੱਥੇ ਮੌਜੂਦ ਨੇ। ਅੱਜ ਇੱਥੇ ਮੀਟਿੰਗ ਹੋਈ ਹੈ ਔਰ ਜਿਵੇਂ ਪ੍ਰਧਾਨ ਜੀ ਨੇ ਵੀ ਕਿਹਾ ਕਿ ਤੁਸੀਂ ਜਿਵੇਂ ਲੋਕਾਂ ਨੂੰ ਜਾਗਰੂਕ ਕਰਨ ਦੀ ਵੀ ਕੋਸ਼ਿਸ਼ ਕੀਤੀ ਕਿ ਜਿਹੜੇ ਆਵਾਜਾਈ ਉਹਨਾਂ ਨੂੰ ਇਨਕਨਵੀਨੀਅੰਸ ਹੁੰਦੀ ਹੈ ਔਰ ਦੁਕਾਨਦਾਰ ਆਪ ਵੀ ਪਰੇਸ਼ਾਨ ਸੀ। ਸਾਰੇ ਵੀ ਚਾਹੁੰਦੇ ਸੀਗੇ ਕਿ ਇੱਕ ਫੈਸਲਾ ਲਿਆ ਜਾਵੇ, ਢੁਕਵਾਂ ਫੈਸਲਾ ਲਿਆ ਜਾਵੇ ਜਿਸ 'ਤੇ ਸਾਰੇ ਅਮਲ ਕਰਨ। ਅੱਜ ਦੀ ਮੀਟਿੰਗ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਵਧੀਆ ਗੱਲ ਆ। ਜਿਸ ਤਰ੍ਹਾਂ ਪਹਿਲਾਂ ਪ੍ਰਧਾਨ ਜੀ ਨੇ ਵੀ ਕਿਹਾ ਸੀ, ਅਸੀਂ ਚਾਹੁੰਦੇ ਸੀਗੇ ਕਿਉਂਕਿ ਜਿਹੜੇ ਲੰਘਣ ਵਾਲੇ ਉਹ ਵੀ ਸ਼ਹਿਰਦਾਰ ਆ, ਜਿਹੜੇ ਦੁਕਾਨਦਾਰ ਆ ਉਹ ਵੀ ਸ਼ਹਿਰਦਾਰ ਆ। ਸਮੱਸਿਆ ਦੋਵਾਂ ਦੀ ਇੱਕੋ ਹੀ ਆ। ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਉਦੋਂ ਪ੍ਰੋਬਲਮ ਆਉਂਦੀ ਹੈ ਜਦੋਂ ਪ੍ਰਧਾਨ ਜੀ ਨੇ ਜਿਸ ਤਰ੍ਹਾਂ ਦੱਸਿਆ ਕਿ ਉਹ 5 ਫੁੱਟ ਲਾਉਂਦਾ ਅਤੇ ਦੂਜੇ ਨੂੰ 7 ਫੁੱਟ ਲਾਉਣਾ ਪਾਉਂਦੀ ਤਾਂ ਉਹ ਅੱਗੇ ਤੋਂ ਅੱਗੇ ਇੱਕ ਦੂਜੇ ਨੂੰ ਦੇਖ ਕੇ ਵੱਧਦੇ ਜਾਂਦੇ ਆ। ਲੇਕਿਨ ਮੈਂ ਇੱਥੇ ਪ੍ਰਧਾਨ ਜੀ ਨੂੰ ਇੱਕ ਬੇਨਤੀ ਜ਼ਰੂਰ ਕਰੂੰਗਾ ਕਿਉਂਕਿ ਲੰਬੇ ਸਮੇਂ ਤੋਂ ਇਹ ਸਮੱਸਿਆ ਚੱਲ ਰਹੀ ਆ ਔਰ ਥੋੜ੍ਹਾ ਟਾਈਮ ਉਹਦੇ 'ਤੇ ਅਮਲ ਹੁੰਦਾ, ਉਸ ਤੋਂ ਬਾਅਦ ਫਿਰ ਉੱਥੇ ਗੱਲ ਚੱਲ ਜਾਂਦੀ ਆ। ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਪਾਠਕ ਸਾਹਿਬ ਸੀਗੇ, ਮੈਨੂੰ ਯਾਦ ਆ ਕਿ ਕੱਲੀ ਗਲੀ ਸੜਕਾਂ ਦੇ ਉੱਤੇ ਮੈਂ ਵੀ ਉਹਨਾਂ ਦੇ ਨਾਲ ਘੁੰਮਦਾ ਰਿਹਾ। ਲੇਕਿਨ ਉਹ ਉਨਾ ਚਿਰ ਅਸਰ ਹੁੰਦਾ ਜਿੰਨਾ ਚਿਰ ਕਮੇਟੀ ਜੇ ਕਿਤੇ ਜਾਂਦੀ ਹੈ, ਕਿਉਂਕਿ ਇਹ ਰੈਗੂਲਰ ਕਾਰਵਾਈ ਕਰਨੀ ਚਾਹੀਦੀ ਆ। ਮਤਲਬ ਇਹ ਨਹੀਂ ਹੈਗਾ ਵੀ ਅੱਜ ਆਪਾਂ 1 ਮਹੀਨਾ ਕਰਤੀ ਉਸ ਤੋਂ ਬਾਅਦ ਫਿਰ ਆਪਾਂ ਸੌਂ ਜਾਈਏ, ਕੁੰਭ ਕਰਨੀ ਦੀ ਨੀਂਦ। ਦੁਕਾਨਦਾਰ ਵੀ ਖਾਲਸਾ ਜੀ ਕਹਿ ਕੇ ਗਏ ਆ ਕਿ ਪਰਚੀ ਕੱਟ ਦਿਓ, ਜੇ ਕੋਈ ਨਹੀਂ ਮੰਨਦਾ ਪਰਚੀ ਕੱਟੋ, ਅਸੀਂ ਆਪਣਾ ਭਾਈਚਾਰਾ ਖਰਾਬ ਨਹੀਂ ਕਰਨਾ, ਸਖਤੀ ਕਰ ਦਿਓ, ਇਹ ਦੁਕਾਨਦਾਰ ਕਹਿ ਕੇ ਗਏ। ਦੇਖੋ, ਮੈਂ ਪਹਿਲਾਂ ਵੀ ਬੇਨਤੀ ਕੀਤੀਆਂ ਵੀ ਇਹ ਇਹੋ ਜਿਹੀਆਂ ਮੀਟਿੰਗਾਂ ਬਹੁਤ ਪਹਿਲਾਂ ਹੋ ਚੁੱਕੀਆਂ। ਭਾਟੀਆ ਸਾਹਿਬ ਬੈਠੇ, ਇਹਨਾਂ ਨੇ ਬਹੁਤ ਸਾਰੇ, ਕਿਉਂਕਿ ਪ੍ਰਧਾਨ ਰਹੇ ਵਪਾਰ ਮੰਡਲ ਦੇ, ਇਹਨਾਂ ਦੇ ਧਿਆਨ ਹੁਣ ਵੀ ਹੈਗੇ ਮੌਜੂਦਾ, ਅਤੇ ਇਹਨਾਂ ਨੂੰ ਪਤਾ ਆ ਕਿ ਬਿਨਾਂ ਸਖਤੀ ਤੋਂ ਨਵਾਂ ਸ਼ਹਿਰ ਦੇ ਅੰਦਰ ਕੰਮ ਨਹੀਂ ਚੱਲਦਾ। ਦੁਕਾਨਦਾਰ ਵੀਰ ਸਹਿਯੋਗ ਦੇਣਾ ਚਾਹੁੰਦੇ ਆ, ਲੇਕਿਨ ਜਦੋਂ ਇੱਕ ਦੁਕਾਨਦਾਰ ਅੱਗੇ ਚੱਲ ਜਾਂਦਾ ਤਾਂ ਦੂਜੇ ਦੀ ਮਜਬੂਰੀ ਬਣ ਜਾਂਦੀ ਆ। ਜਦੋਂ ਕਾਰਵਾਈ ਹੋਵੇ, ਮੇਰਾ ਕਹਿਣ ਦਾ ਭਾਵ ਇੱਕੋ ਹੀ ਆ ਵੀ ਕਾਰਵਾਈ ਲਈ ਸਾਰਿਆਂ ਲਈ ਇੱਕ ਅੱਖ ਹੋਣੀ ਚਾਹੀਦੀ ਆ, ਵੀ ਪੱਖਪਾਤ ਨਹੀਂ ਹੋਣਾ ਚਾਹੀਦਾ ਵੀ ਇੱਥੇ ਪਰਮ ਖਾਲਸੇ ਦਾ ਫੋਨ ਆ ਗਿਆ, ਪ੍ਰਧਾਨ ਜੀ ਦਾ ਆ ਗਿਆ, ਬੱਲੂ ਜੀ ਦਾ ਆ ਗਿਆ। ਨਹੀਂ, ਮੈਂ ਉਹੀ ਗੱਲ ਕਰਦਾ ਨਾ ਜੀ, ਮਤਲਬ ਸਿਫਾਰਿਸ਼ ਨਹੀਂ ਹੋਣੀ ਚਾਹੀਦੀ। ਕਿਉਂਕਿ ਦੇਖੋ, ਮੈਂ ਪਹਿਲਾਂ ਬੇਨਤੀ ਕੀਤੀ ਆ ਕਿਉਂਕਿ ਦੁਕਾਨਦਾਰ ਵੀ ਸ਼ਹਿਰ ਦੇ ਆ, ਕੋਈ ਬਾਹਰਲੇ ਨਹੀਂ ਗੇ, ਸਾਡੇ ਆਪਣੇ ਆ, ਸਾਡੇ ਆਪਣੇ ਪਰਿਵਾਰਕ ਮੈਂਬਰ ਵੀ ਆ। ਜਦੋਂ ਸਾਰਿਆਂ ਲਈ ਇੱਕ ਅਸੂਲ ਹੋਊਗਾ, ਇਹ ਨਹੀਂ ਹੋਊਗਾ ਵੀ ਉਹ ਕਹੂਗਾ ਜੀ ਤੁਹਾਡੇ ਫੋਨ 'ਤੇ ਤਾਂ ਛੱਡਿਆ ਨਹੀਂ ਅਤੇ ਮੈਂ ਪ੍ਰਧਾਨ ਜੀ ਨੂੰ ਕਹਤਾ ਉਹਨਾਂ ਦੇ ਫੋਨ 'ਤੇ ਮੈਨੂੰ ਮਿਲ ਗਿਆ। ਉਹ ਕਿਉਂਕਿ ਫਿਰ ਗਿਲਾ ਕਰਦੇ ਆ, ਤੁਹਾਨੂੰ ਕਿਹਾ, ਤੁਹਾਡੇ ਕਹੇ 'ਤੇ ਕੰਮ ਨਹੀਂ ਹੋਇਆ ਅਤੇ ਦੂਜੇ ਦੇ ਕਹੇ 'ਤੇ ਕੰਮ ਹੋ ਗਿਆ। ਉੱਥੇ ਦੇਖੋ, ਕੋਈ ਵੀ ਜਿਹੜਾ ਕੋਈ ਪਾਰਸ਼ਦ ਹੋਵੇ ਅਤੇ ਉਹਨੂੰ ਗਿਲਟੀ ਫੀਲ ਹੁੰਦੀ ਆ ਵੀ ਦੇਖੋ ਮੈਂ ਕਿਹਾ, ਮੇਰੇ ਕਹੇ 'ਤੇ ਛੱਡਿਆ ਨਹੀਂ ਅਤੇ ਦੂਜੇ ਦੇ ਕਹੇ 'ਤੇ ਛੱਡ ਦਿੱਤਾ। ਇਸ ਕਰਕੇ ਮੈਂ ਬੇਨਤੀ ਕਰਦਾ, ਜਦੋਂ ਕਾਰਵਾਈ ਹੋਣੀ ਚਾਹੀਦੀ ਆ ਉਹਦੇ 'ਚ ਕੋਈ ਪੱਖਪਾਤ ਨਹੀਂ ਹੋਣਾ ਚਾਹੀਦਾ। ਫੋਨ ਚਾਹੇ ਕਿਸੇ ਦਾ ਹੋਵੇ, ਉਹਦੇ ਲਈ ਅਸੂਲ ਸਾਰਿਆਂ ਲਈ ਜਿਹੜਾ ਨਿਯਮ ਹੈ ਉਹ ਇੱਕੋ ਲਾਗੂ ਹੋਣਾ ਚਾਹੀਦਾ। ਜੇ ਕਿਸੇ ਦੀ ਪਰਚੀ ਕੱਟੀ ਗਈ ਆ ਅਤੇ ਉਹਦੀ ਇਹ ਨਾ ਹਮਾਇਤ ਕਰੋ, ਕਿਉਂਕਿ ਦੇਖੋ ਠੀਕ ਹੈ, ਸਾਰੇ ਸਾਡੇ ਪਰਿਵਾਰਕ ਮੈਂਬਰ ਆ। ਜਦੋਂ ਅਸੀਂ ਇਹ ਦੇਖਾਂਗੇ ਵੀ ਜਦੋਂ ਹੁਣ ਦੇਖੋ ਦੁਕਾਨਦਾਰ ਵੀਰ ਆਪ, ਪ੍ਰਧਾਨ ਸਾਹਿਬ ਨੇ ਆਪ ਮੀਟਿੰਗ ਕੀਤੀ ਹੈ, ਉਹਦੇ ਵਿੱਚ ਆਪ ਫੈਸਲਾ ਲਿਆ ਅਤੇ ਉਹ ਫੈਸਲੇ ਨੂੰ ਲਾਗੂ ਆਪ ਹੀ ਕਰਨਾ ਚਾਹੀਦਾ। ਕਿਉਂਕਿ ਕੱਲ੍ਹ ਨੂੰ ਜਦੋਂ ਸਾਡੇ ਕੋਲ ਆਉਂਦੇ ਆ, ਫਿਰ ਅਸੀਂ ਕਿਉਂਕਿ ਸਾਰੇ ਪੋਲੀਟੀਕਲ ਪਾਰਟੀਆਂ ਨਾਲ ਸੰਬੰਧ ਰੱਖਦੇ ਹਾਂ, ਉਹ ਕੋਈ ਮੇਰੇ ਕੋਲ ਆ ਗਿਆ
ਜਿਹਦੀ ਮੇਰੇ ਕੋ ਨਹੀਂ ਬਣਦੀ ਉਹ ਦੂਜੇ ਪਾਰਟੀ ਕੋ ਚਲ ਗਿਆ, ਦੂਜੀ ਕੋ ਚਲ ਗਿਆ। ਮਤਲਬ ਅਸੀਂ ਇਹ ਚਾਹੁੰਦੇ ਪ੍ਰਧਾਨ ਜੀ ਨੂੰ ਕੋਈ ਬੇਨਤੀ ਕਰਾਂਗਾ ਬਈ ਉੱਥੇ ਸਾਰਿਆਂ ਦੇ ਲਈ ਇੱਕੋ ਚੀਜ਼ ਚਾਹੀਦੀ ਹੈ। ਉਹਨੂੰ ਕਹੋ ਜੀ ਇਹਦੇ 'ਤੇ ਕੋਈ ਐਕਸਕਿਊਜ਼ ਨਹੀਂ। ਅਸੀਂ ਤੁਹਾਡੇ ਨਾਲ ਮੀਟਿੰਗ ਵੀ ਕੀਤੀ ਸੀ, ਅਸੀਂ ਜਿਹੜੀ ਆ ਬਕਾਇਦਾ ਅਨਾਊਂਸਮੈਂਟ ਵੀ ਕਰਵਾਈ ਸੀਗੀ, ਅਤੇ ਉਸ ਤੋਂ ਬਾਅਦ ਅਸੀਂ ਹੁਣ ਕੋਈ ਇਹਦੇ 'ਚ ਨਹੀਂ ਕਰ ਸਕਦੇ। ਜੋ ਨਿਯਮ ਬਣਿਆ, ਦੇਖੋ ਪਰਚੀ ਕੱਟਣੀ ਚਾਹੀਦੀ ਆ ਜਿਸ ਤਰ੍ਹਾਂ ਦੁਕਾਨਦਾਰ ਵੀਰਾਂ ਨੇ ਕਿਹਾ। ਉਸ ਤੋਂ ਬਾਅਦ ਅੱਗੇ ਇੱਕ ਕਾਰਵਾਈ SDM ਸਾਹਿਬ ਦੇ ਤਰੀਕ ਪੈਂਦੀ ਆ, ਉਹ ਚਲਾਨ ਭਰਿਆ ਜਾਂਦਾ ਜਿਹਦੀ ਤਰੀਕ SDM ਸਾਹਿਬ ਦੇ ਪੈਂਦੀ ਆ, ਅਤੇ ਉੱਥੇ ਜਾ ਕੇ ਉਹਨੂੰ ਤਰੀਕਾਂ ਭੁਗਤਣੀਆਂ ਪੈਂਦੀਆਂ। ਉਹਦੇ ਨਾਲ ਕਿਹਾ ਦੇਖੋ ਥੋੜ੍ਹਾ ਜਿਹਾ ਨਿਯਮ ਜਿਹੜਾ ਸਖਤੀ ਨਾਲ ਲਾਗੂ ਕਰਨਾ ਪਊਗਾ, ਕਿਉਂਕਿ ਅੱਗੇ ਵੀ ਇਹ ਹੁੰਦਾ ਰਿਹਾ। ਅਤੇ ਉਹਦੇ ਵਿੱਚ ਹੁਣ ਬਾਅਦ 'ਚੋਂ ਕੀ ਹੁੰਦਾ, ਥੋੜ੍ਹੀ ਦੇਰ ਬਾਅਦ ਉਹ ਮਹੀਨਾ ਕੁ ਸਿਸਟਮ ਚੱਲਦਾ, ਮਹੀਨੇ ਬਾਅਦ ਚੇਂਜ ਹੋ ਜਾਂਦਾ। ਮੇਰੀ ਬੇਨਤੀ ਹੈ ਰੈਗੂਲਰ, ਮਤਲਬ ਬੇਸਿਕਲੀ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਨੋਰਮਸ ਨਿਯਮ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਆ। ਚਾਹੇ ਕੋਈ ਅਕਾਲੀ ਪਾਰਟੀ ਤੋਂ ਫੋਨ ਕਰਵਾਉਂਦਾ ਪ੍ਰਧਾਨ ਜੀ ਨੂੰ, ਚਾਹੇ ਕੋਈ ਆਪ ਤੋਂ ਕਰਾਉਂਦਾ, ਚਾਹੇ ਪ੍ਰਧਾਨ ਜੀ ਦੀ ਪਾਰਟੀ ਤੋਂ ਕਰਾਉਂਦਾ, ਪ੍ਰਧਾਨ ਜੀ ਸਾਰਿਆਂ ਨੂੰ ਕਹਿ ਦੇਣ ਕਿ ਹੁਣ ਪਰਚੀ ਕੱਟ ਹੋਣੀ ਆ, ਸਖਤੀ ਕਰਨੀ ਪੈਣੀ ਆ, ਕਿਉਂਕਿ ਆਮ ਜਨਤਾ ਨੇ ਕਹਿ ਦਿੱਤਾ ਕਿ ਸਖਤੀ ਕਰੋ ਅਤੇ ਸਾਨੂੰ ਹੱਲ ਚਾਹੀਦਾ। ਬਿਲਕੁਲ। ਮੈਂ ਪ੍ਰਧਾਨ ਜੀ ਦੇ ਧਿਆਨ 'ਚ ਹੋਰ ਇੱਕ ਗੱਲ ਲਿਆ ਦੇਵਾਂ। ਨਗਰ ਕੌਂਸਲ ਦੇ ਵਿੱਚ ਬਕਾਇਦਾ ਜਿਹੜਾ ਜਿਸ ਤਰ੍ਹਾਂ ਦੁਕਾਨਦਾਰ ਵੀਰਾਂ ਨੇ ਬੇਨਤੀ ਕੀਤੀ ਆ ਵੀ ਇੱਥੇ ਕਾਰਾਂ ਬਹੁਤ ਖੜ੍ਹਦੀਆਂ, ਵਾਕਿਆ ਗੱਲ ਸਹੀ ਆ। ਇੱਥੇ ਇੱਕ ਮਤਾ ਪਿਆ ਸੀ ਨਗਰ ਕੌਂਸਲ ਦੇ ਅੰਦਰ ਵੀ ਇੱਕ ਤਾਂ ਜਿਹੜੀ ਆ 1 ਵੇ ਪਾਰਕਿੰਗ ਕੀਤੀ ਜਾਵੇ। ਜਿਹੜੀ ਗੱਡੀ ਚੰਡੀਗੜ੍ਹ ਚੌਂਕ ਤੋਂ ਵੜੂਗੀ ਉਹ ਇੱਧਰ ਨਿਕਲੂਗੀ, ਇੱਧਰੋਂ ਬਾਹਰ ਨਹੀਂ ਆਊਗੀ। ਠੀਕ ਹੈ ਜੀ। ਉਹਦੇ ਨਾਲ ਕੀ ਆ, ਪਹਿਲੀ ਗੱਲ ਤਾਂ ਨੋ ਪਾਰਕਿੰਗ ਏਰੀਆ ਇਹ ਸਾਰਾ, ਔਰ ਦੂਜੀ ਗੱਲ ਜ਼ਰੂਰ ਆ ਵੀ ਜੇ ਟ੍ਰੈਫਿਕ ਪੁਲਿਸ ਵਾਲੇ ਖੜ੍ਹਦੇ ਆ, ਕਿਉਂਕਿ ਦੁਕਾਨਦਾਰ ਵੀਰਾਂ ਦਾ ਸਮਾਨ ਆਉਂਦਾ ਜਿਹੜਾ ਰੂਟੀਨ ਦੇ ਵਿੱਚ ਆਉਂਦਾ 407 ਜਾਂ ਉਹਦੇ ਵਿੱਚ, ਉਹਨਾਂ ਨੂੰ ਉਹ ਜ਼ਰੂਰ ਇਜਾਜ਼ਤ ਮਿਲਣੀ ਚਾਹੀਦੀ, ਕਿਉਂਕਿ ਜਦੋਂ ਸਖਤੀ ਕੀਤੀ ਸੀ, ਕਿਉਂਕਿ ਆਮ ਦੁਕਾਨਦਾਰਾਂ ਦਾ ਸਮਾਨ ਜਿਹੜਾ ਆ ਉਹ ਜਾਣਾ ਮੁਸ਼ਕਿਲ ਹੋ ਗਿਆ ਸੀਗਾ। ਅਤੇ ਉਹਦੇ ਲਈ ਜ਼ਰੂਰ ਆਪਾਂ ਨੂੰ ਉਹਦੇ ਲਈ ਸੋਚਣਾ ਚਾਹੀਦਾ ਵੀ ਉਹਨਾਂ ਦੀ ਟਾਈਮਿੰਗ ਫਿਕਸ ਹੋਣੀ ਚਾਹੀਦੀ ਆ ਕਿ ਤੁਸੀਂ 10 ਵਜੇ ਤੋਂ ਪਹਿਲਾਂ ਆਪਣਾ ਸਮਾਨ ਜਿਹੜਾ ਆ ਉਹ ਆਪਣੀਆਂ ਦੁਕਾਨਾਂ 'ਤੇ ਪ੍ਰੋਵਾਈਡ ਕਰਵਾ ਸਕਦੇ ਆ। ਸੋ ਇਹੋ ਜਿਹਾ ਜ਼ਰੂਰ ਹੋਣਾ ਚਾਹੀਦਾ। ਔਰ ਉਹ ਨਿਯਮ ਮੈਂ ਪ੍ਰਧਾਨ ਜੀ ਨੂੰ ਬੇਨਤੀ ਕਰਾਂਗਾ, ਉਹ ਮਤਾ ਪਿਆ ਆ, ਔਰ ਉਹ ਟ੍ਰੈਫਿਕ ਪੁਲਿਸ ਨੂੰ ਬਕਾਇਦਾ ਹਦਾਇਤ ਵੀ ਕੀਤੀ ਸੀ। ਪਹਿਲਾਂ ਪੁਲਿਸ ਲੱਗੀ ਵੀ ਰਹੀ ਆ, ਲੇਕਿਨ ਉਸ ਤੋਂ ਬਾਅਦ ਫਿਰ ਉਹ ਹਟ ਗਏ, ਕਿਉਂਕਿ 1 ਵੇ ਟ੍ਰੈਫਿਕ ਦਾ ਜਿਹੜਾ ਰੂਲ ਆ ਵੀ ਚੰਡੀਗੜ੍ਹ ਰੋਡ ਤੋਂ ਵੜੂਗੀ ਗੱਡੀ ਅਤੇ ਨਹਿਰੂ ਗੇਟ 'ਤੇ ਨਿਕਲੂਗੀ, ਅਤੇ ਉਹ ਲਾਗੂ ਹੋਣਾ ਚਾਹੀਦਾ। ਚਲੋ ਬਹੁਤ ਸ਼ੁਕਰੀਆ। ਖਾਲਸਾ ਜੀ ਨੇ ਬਹੁਤ ਅੱਛਾ ਸੁਜੈਸ਼ਨ ਦਿੱਤਾ। ਵਪਾਰ ਮੰਡਲ ਤੋਂ ਪ੍ਰਧਾਨ ਭਾਟੀਆ ਜੀ ਨੇ। ਭਾਟੀਆ ਜੀ, ਤੁਸੀਂ ਬੜਾ ਠੋਸ ਤਰੀਕੇ ਕਿਹਾ ਹੈ ਕਿ ਜਿਹੜਾ ਮੈਂ ਦੁਕਾਨਦਾਰਾਂ ਦਾ ਨੁਕਸਾਨ ਨਹੀਂ ਹੋਣ ਦੇਣਾ, ਪਰ ਦੁਕਾਨਦਾਰਾਂ ਨੇ ਆਪ ਹੀ ਕਹਿ ਦਿੱਤਾ ਹੈ ਕਿ ਪਰਚੀ ਕੱਟ ਦਿਓ, ਕੋਈ ਦਿੱਕਤ ਨਹੀਂ, ਲੇਕਿਨ ਰੂਲ ਸਾਰਿਆਂ ਲਈ ਸੇਮ ਹੋਣੇ ਚਾਹੀਦੇ ਆ। ਤੁਸੀਂ ਕਿਵੇਂ ਦੇਖਦੇ ਹੋ? ਉਹਦੇ ਜੋ ਸੂਰੀ ਸਾਹਿਬ ਗੱਲ ਹੈ, ਇਹ ਮੇਨ ਇਹ ਹੈ ਵੀ ਦੁਕਾਨਦਾਰਾਂ ਨੇ ਕਰੋਨਾ ਦੇ ਟਾਈਮ ਦੇ ਵਿੱਚ ਬਹੁਤ ਸੰਤਾਪ ਭੋਗਿਆ। ਸੰਤਾਪ ਭੋਗਣ ਦਾ ਮਤਲਬ ਦੁਕਾਨਦਾਰੀ ਰਹੀ ਹੀ ਨਹੀਂ। ਕਈਆਂ ਦਾ ਸਮਾਨ ਬਹੁਤ ਖਰਾਬ ਹੋਇਆ, ਕਰਜ਼ੇ ਸਿਰ 'ਤੇ ਸੀਗੇ, ਰੂਟੀਨ ਚੱਲਦੀ ਪਈ ਸੀ, ਅੱਜ ਸੇਲ ਕੀਤੀ, ਕੱਲ੍ਹ ਨੂੰ ਨਵਾਂ ਮਾਲ ਆ ਗਿਆ, ਸੇਲ ਘਟ ਗਈ, ਉਹ ਅੱਜ ਤੱਕ ਪੈਰਾਂ 'ਤੇ ਨਹੀਂ ਆਏ। ਠੀਕ ਹੈ ਜੀ। ਸਾਨੂੰ ਹੁਣ ਮੈਂ ਵਪਾਰੀਆਂ ਦਾ ਮਤਲਬ ਵਪਾਰ ਮੰਡਲ ਦਾ ਪ੍ਰੈਜ਼ੀਡੈਂਟ ਹੋਣ ਕਰਕੇ ਵਪਾਰੀਆਂ ਦਾ ਵੀ ਸੋਚਣਾ। ਇਹ ਠੀਕ ਹੈ, ਟ੍ਰੈਫਿਕ ਦੀ ਸਮੱਸਿਆ ਸਾਡੇ ਕੋਠੀ ਰੋਡ, ਗੀਤਾ ਭਵਨ ਰੋਡ, ਰੇਲਵੇ ਰੋਡ 'ਤੇ ਹੈ, ਉਹ ਵੀ ਹੱਲ ਕਰਨੀ ਹੈ, ਪਰ ਦੁਕਾਨਦਾਰਾਂ ਦਾ ਵੀ ਸੋਚਣਾ ਪੈਣਾ। ਅਸੀਂ ਰਲ ਕੇ ਸੋਚਣਾ। ਕੁਛ ਚੀਜ਼ਾਂ ਇੱਦਾਂ ਦੀਆਂ ਜਿਹੜੀਆਂ ਅਸੀਂ ਪ੍ਰਸ਼ਾਸਨ ਨੂੰ ਸਹਿਯੋਗ ਦਿੰਦੇ ਆਏ ਹਾਂ। ਮੈਂ ਉਹ ਰਿਪੀਟ ਨਹੀਂ ਕਰਾਂਗਾ। ਕਹਿਣ ਦਾ ਮਤਲਬ ਜਿੱਥੇ ਸੋਸ਼ਲ ਕੰਮ ਹੁੰਦਾ ਉੱਥੇ ਵਪਾਰੀ ਸਭ ਤੋਂ ਪਹਿਲਾਂ ਅੱਗੇ ਹੁੰਦਾ। ਮੈਂ ਇਕੱਲਾ ਨਹੀਂ ਕਰਦਾ, ਜਿਹੜੇ ਛੋਟਾ ਦੁਕਾਨਦਾਰ ਵੀ ਮੈਨੂੰ ਸਹਿਯੋਗ ਦਿੰਦਾ, ਵੱਡਾ ਦੁਕਾਨਦਾਰ ਵੀ ਮੈਨੂੰ ਸਹਿਯੋਗ ਦਿੰਦਾ। ਅਸੀਂ ਪ੍ਰਸ਼ਾਸਨ ਨੂੰ ਅੱਜ ਤੱਕ ਸਹਿਯੋਗ ਦਿੰਦੇ ਆਏ ਅਤੇ ਦਿੰਦੇ ਰਹਾਂਗੇ ਵੀ। ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਬਾਜ਼ਾਰਾਂ ਦੇ ਵਿੱਚ ਵਧੀ ਹੈ। ਚਲੋ ਇਹਦੇ 'ਚ ਅੱਜ ਮੀਟਿੰਗ ਕੀਤੀ ਗਈ ਹੈ, ਪਰ ਇੱਕ ਨਾ ਜੀ ਫੜੀਆਂ ਦੀ ਗੱਲ ਕੀਤੀ। ਮੈਂ ਤੁਹਾਨੂੰ ਹਰ ਗੱਲ ਦਾ ਜਵਾਬ ਦਊਂਗਾ ਜੀ। ਮੈਂ ਤੁਹਾਨੂੰ ਹਰ ਗੱਲ ਦਾ ਜਵਾਬ ਦਊਂਗਾ ਜੋ ਤੁਸੀਂ ਪੁੱਛੋਗੇ। ਮੈਂ ਤੁਹਾਨੂੰ ਜਿਸ ਤਰ੍ਹਾਂ ਅੱਜ ਮੀਟਿੰਗ ਕੀਤੀ ਗਈ, ਠੀਕ ਹੈ ਜੀ, ਉਹਨਾਂ ਰਿਕੁਐਸਟ ਕੀਤੀ ਹੈ ਵੀ ਭਾਈ ਤੁਸੀਂ ਜਿੰਨਾ ਵੀ ਅੱਗੇ ਸਮਾਨ ਵਧਾਉਂਦੇ ਪਏ ਆ, ਹੁਣ ਸਾਨੂੰ ਪ੍ਰਸ਼ਾਸਨ ਵੱਲੋਂ ਵੀ ਸਖਤੀ ਹੋਈ ਆ, ਆਪਾਂ ਤੁਹਾਡੇ ਸੁਝਾਅ ਲਏ ਆ। ਉਹਨਾਂ ਸੁਝਾਵਾਂ ਦੇ ਵਿੱਚ ਉਹਨਾਂ ਦੁਕਾਨਦਾਰਾਂ ਨੇ ਜਿਹੜੇ ਜ਼ਿਆਦਾ ਮਤਲਬ ਸਮਾਨ ਅੱਗੇ ਲਾਉਂਦੇ ਆ, ਉਹਨਾਂ ਨੇ ਵੀ ਕਿਹਾ ਵੀ ਅੱਗੇ ਬਹੁਤ ਅੱਗੇ ਨਾਲ ਘਟਾ ਕੇ ਲਾਵਾਂਗੇ। ਇੱਕ ਦੂਜੇ ਨੰਬਰ 'ਤੇ ਤੁਹਾਡੀ ਨੌਲੇਜ, ਮੈਂ ਅੱਗੇ ਵੀ ਇੱਕ ਵਾਰੀ ਤੁਹਾਡੇ ਨਾਲ ਮੇਰੀ ਗੱਲ ਹੋਈ ਸੀ, ਅੱਜ ਮੈਂ ਤੁਹਾਡੇ ਥਰੂ ਫਿਰ ਦੁਬਾਰਾ ਕਹਿਣਾ ਚਾਹੁੰਦਾ, ਇਹ ਦੁਕਾਨਦਾਰ 2-4-5% ਹੈ ਜਿਹੜੇ ਓਵਰ ਜ਼ਿਆਦਾ ਅੱਗੇ ਨੂੰ ਵੱਧਦੇ ਆ। ਉਹ 90% ਨੂੰ ਖਰਾਬ ਕਰਦੇ 10% ਬੰਦੇ, ਸਾਰੇ ਨਹੀਂ ਹੈ। ਅੱਜ ਉਹਨਾਂ ਦੇ ਵਿੱਚੋਂ ਹੀ ਸਾਰਿਆਂ ਨੇ ਕਿਹਾ ਕਿ ਵੀ ਸਾਡੀ ਚਲਾਨ ਦੀ ਪਰਚੀ ਕੀਤੀ ਜਾਵੇ, ਉਹਨਾਂ ਨੂੰ 500 ਰੁਪਏ ਜੁਰਮਾਨਾ ਲਾਇਆ ਜਾਵੇ। ਇਹ ਦੁਕਾਨਦਾਰਾਂ ਦਾ ਹੀ ਫੈਸਲਾ, ਉਹ ਪ੍ਰਧਾਨ ਜੀ ਨੇ ਮੰਨ ਲਿਆ। ਦੂਜੇ ਨੰਬਰ 'ਤੇ ਖਾਲਸਾ ਜੀ ਨੇ ਇੱਕ ਗੱਲ ਕਹੀ ਹੈ ਵੀ SDM ਦੇ ਕੋਲ ਚਲਾਨ ਜਾਵੇ। ਮੈਂ ਉਸ ਹੱਕ 'ਚ ਨਹੀਂ ਹੈ, ਨਾ ਅਸੀਂ ਇੱਦਾਂ ਦਾ ਮਤਲਬ ਸਖਤੀ ਕਰੀਏ ਵੀ ਜਿਹੜਾ ਚਲਾਨ SDM ਕੋਲ ਜਾਵੇ। ਦੁਕਾਨਦਾਰ ਮਾਰਨਾ ਥੋੜ੍ਹਾ, ਅਜੇ ਤਾਂ ਪੈਰਾਂ 'ਤੇ ਆਏ ਨਹੀਂ ਕਰੋਨਾ ਤੋਂ ਬਾਅਦ ਜੀ।
ਇਹ ਪਰ ਖਾਲਸੇ ਨੇ ਇੱਕ ਹੋਰ ਗੱਲ ਵੀ ਕਹੀ ਹੈ ਕਿ ਗੱਡੀ ਚੰਡੀਗੜ੍ਹ ਰੋਡ ਤੋਂ ਵੜੇ ਤੇ ਨਹਿਰੂ ਗੇਟ ਤੋਂ ਨਿਕਲੇ। ਉਹ ਚੀਜ਼ ਹੋਰ ਹੈ, ਉਹ ਸੋਲੂਸ਼ਨ ਹੋਰ ਆ ਜੀ। ਉਹ ਅਸੀਂ ਦੇਖਾਂਗੇ, ਜਿਸ ਤਰ੍ਹਾਂ ਅੱਜ ਦੁਕਾਨਦਾਰਾਂ ਨੇ ਸਾਨੂੰ ਇਹ ਕਿਹਾ ਵੀ ਅਸੀਂ ਅੱਗੇ ਨਾਲੋਂ ਕਾਫੀ ਪਿੱਛੇ ਹੋਵਾਂਗੇ। ਅਸੀਂ ਉਹਨਾਂ ਦਾ ਧੰਨਵਾਦੀ ਸਾਰੇ ਦੁਕਾਨਦਾਰਾਂ ਦਾ, ਮੇਰੇ ਵੀਰੇ ਦਾ। ਔਰ ਮੇਰੀ ਇੱਕ ਬੇਨਤੀ ਵੀ ਸਾਰੇ ਦੁਕਾਨਦਾਰ ਅੱਜ ਜੋ ਫੈਸਲਾ ਕਰਕੇ ਗਏ ਆ ਉਹ 'ਤੇ ਅਮਲ ਕਰੀਓ। ਔਰ ਮੈਂ ਕਰਾਵਾਂਗਾ ਵੀ ਮੇਰੇ ਵੀ ਫਰਜ਼ ਬਣਦਾ, ਮੈਂ ਕੋਸ਼ਿਸ਼ ਕਰਾਵਾਂਗਾ। ਪਰ ਸਿਰਫ ਚਲਾਨ ਦਾ ਫੈਸਲਾ ਜਿਹੜਾ ਉਹ ਇਹਨਾਂ ਦਾ ਸੀ, ਮੇਰਾ ਨਹੀਂ। ਚਲੋ ਖਾਲਸਾ ਜੀ, ਆਪ ਕਿਹਾ ਸਾਡੇ ਚਲਾਨ ਕੱਟੋ। ਖਾਲਸਾ ਜੀ ਹੁਣ ਉਹਨਾਂ ਨੇ ਸਵਾਲ ਕਰ ਦਿੱਤਾ ਜੀ, ਹੁਣ ਤੁਹਾਨੂੰ ਜਵਾਬ ਦੇਣਾ ਪੈਣਾ। ਜੀ ਦੇਖੋ, ਪ੍ਰਧਾਨ ਜੀ ਬੈਠੇ ਆ, ਕਰੋਨਾ ਤਾਂ ਹੁਣ ਆਇਆ, ਇਹ ਤਾਂ ਪਿਛਲੇ 15 ਸਾਲਾਂ ਤੋਂ ਇਹ ਚੱਲ ਰਿਹਾ। ਇਹ ਪ੍ਰਧਾਨ ਰਹੇ ਆ, ਇਹ ਖੁਦ ਉਸ ਕਮੇਟੀ ਦੇ ਮੈਂਬਰ ਰਹੇ ਆ। ਇਹ 15 ਅੱਜ ਤੋਂ 10 ਸਾਲ ਪਹਿਲਾਂ ਨਹੀਂ ਕਰਾ ਸਕੇ ਲਾਗੂ, ਤੇ ਅੱਜ ਕਰੋਨਾ ਦੀ ਗੱਲ ਹੈ। ਠੀਕ ਹੈ, ਅਸੀਂ ਉਹਨਾਂ ਦੇ ਨਾਲ ਸਹਿਮਤ ਹਾਂ, ਲੇਕਿਨ ਉਹ ਉਦੋਂ ਕੱਟੇ ਜਾਣਾ ਚਲਾਨ ਜਦੋਂ ਉਹ ਬਾਰ-ਬਾਰ ਗਲਤੀ ਕਰਦਾ। ਉਹਦੇ ਲਈ ਇਹ ਤਾਂ ਨਹੀਂ ਹੈਗਾ ਵੀ ਆਪਾਂ ਕਹਿਤਾ। ਦੇਖੋ, ਪ੍ਰਧਾਨ ਜੀ ਨੂੰ ਮੈਨੂੰ ਲੱਗਦਾ ਸੁਣਨ 'ਚ ਗਲਤੀ ਹੋਈ ਆ। ਠੀਕ ਹੈ, ਦੁਕਾਨਦਾਰਾਂ ਦੀ ਨੁਮਾਇੰਦਗੀ ਕਰਦੇ ਆ, ਉੱਤੇ ਉਹ ਸ਼ਹਿਰ ਦੇ ਵੀ ਨਹੀਂ ਮੰਨਦੇ ਆ। ਅਸੀਂ ਮੈਂ ਪਹਿਲਾਂ ਬੇਨਤੀ ਕੀਤੀ ਆ ਵੀ ਅਸੀਂ ਸ਼ਹਿਰਦਾਰ ਵੀ ਆ, ਦੁਕਾਨਦਾਰ ਵੀ ਸਾਡੇ ਆ। ਚਲਾਨ ਤਾਂ ਉਦੋਂ ਕੱਟਿਆ ਜਾਣਾ ਜਦੋਂ ਇੱਕ ਬੰਦਾ 10 ਵਾਰ ਗਲਤੀ ਕਰਨ ਤੋਂ ਬਾਅਦ ਉਹ ਗੱਲ ਨਹੀਂ ਮੰਨਦਾ। ਤੇ ਜੇ ਉਹ ਬੰਦਾ ਆਪ ਹੀ ਇੱਕ ਵਾਰ ਪਰਚੀ ਕੱਟਣ ਤੋਂ ਬਿਨਾਂ ਹੀ ਆਪੇ ਕਰਦਾ, ਤੁਹਾਨੂੰ ਸਹਿਯੋਗ ਦਿੰਦਾ, ਤਾਂ ਮੈਨੂੰ ਲੱਗਦਾ ਉਹਦੇ ਤੇ ਸਖਤ ਕਰਨ ਦੀ ਲੋੜ ਕਿਸੇ ਦੀ ਨਹੀਂ ਕੱਟਣੀ ਚਾਹੀਦੀ। ਦੇਖੋ, 500 ਰੁਪਇਆ ਵੀ ਬਹੁਤ ਆ, ਇਹ ਤਾਂ ਸਿਰਫ ਇੱਕ ਡਰਾਉਣ ਦਾ ਜ਼ਰੀਆ ਹੈ। ਲੇਕਿਨ ਇਹ ਉਹਦੇ ਤੇ ਲਾਗੂ ਹੋਊਗਾ ਜਿਹੜਾ ਬੰਦਾ ਜਾਣ ਬੁੱਝ ਕੇ ਨਗਰ ਕੌਂਸਲ ਨੂੰ ਸਹਿਯੋਗ ਨਾ ਦਊ, ਤੇ ਉਹਦੇ ਤੇ ਤਾਂ ਕਾਰਵਾਈ ਹੋਣੀ ਚਾਹੀਦੀ ਹੈ ਨਾ। ਉਹ ਤਾਂ ਹੁਣ ਗੱਲ ਕਲੀਅਰ ਹੋ ਗਈ ਜੀ। ਇਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਜਿਹੜਾ ਬੰਦਾ ਨਹੀਂ ਮੰਨਦਾ, ਜਿਹਦੀ ਥੋੜੀ ਚਮੜੀ ਮੋਟੀ ਹੈ, ਉਹਨੂੰ ਕਹਿ ਰਹੇ ਆ। ਆਪਣੀ ਗੱਲ ਕਲੀਅਰ ਕਰ ਲਈ, ਠੀਕ ਹੈ। ਇਹਨਾਂ ਨੇ ਸਟਾਰਟਿੰਗ ਦੇ ਵਿੱਚ ਜਦੋਂ ਗੱਲ ਕੀਤੀ ਸੀ, ਮੈਨੂੰ ਮਹਿਸੂਸ ਹੋਇਆ ਵੀ ਇਹ ਗੱਲ ਨਹੀਂ ਕਹਿਣੀ ਚਾਹੀਦੀ। ਜੇ ਕਲੀਅਰ ਕਰਤੀ ਬਹੁਤ ਅੱਛੀ ਗੱਲ ਹੈ। ਮੈਂ ਵੀ ਸਖਤੀ ਦੇ ਹੱਕ 'ਚ ਹੈਗਾ, ਪਰ ਉਹ ਜਿਹੜਾ ਬੰਦਾ ਬਹੁਤ ਢੀਠ ਹੋਵੇ ਉਹਦੇ ਨਾਲ, ਠੀਕ ਹੈ ਜੀ। ਛੋਟੇ ਦੁਕਾਨਦਾਰ ਜਿਹੜਾ ਉਹ ਬਹੁਤ ਅੱਜ ਦੀ ਮੁਸ਼ਕਲ 'ਚ ਜਿਹੜਾ ਦੌਰ ਚੱਲਦਾ ਪਿਆ, ਦੁਕਾਨਦਾਰੀ ਫੇਲ ਹੋਈ ਪਈ ਹੈ। ਦੇਖੋ, ਮੈਂ ਭਾਟੀਆ ਸਾਹਿਬ ਨੂੰ ਪਹਿਲਾਂ ਕਹਿਦਾ ਵੀ ਦੇਖੋ, ਪ੍ਰਧਾਨ ਜੀ ਤੁਸੀਂ ਆ, ਜੇ ਤੁਸੀਂ ਵਪਾਰ ਮੰਡਲ ਨੂੰ ਆਪਣੇ ਕਾਬੂ ਕਰ ਲਓ ਤਾਂ ਨਗਰ ਕੌਂਸਲ ਨੂੰ ਇਹ ਸਾਡੇ ਨੌਬਤ ਹੀ ਨਾ ਆਵੇ। ਨਹੀਂ, ਸਹਿਯੋਗ ਨਹੀਂ ਦੇਵਾਂਗੇ। ਸਹਿਯੋਗ ਤਾਂ ਪਿਛਲੇ 10 ਸਾਲ ਤੋਂ ਤੁਸੀਂ ਦੇ ਰਹੇ ਆ। ਮੈਂ ਤੁਹਾਨੂੰ ਕਿਹਾ ਵੀ ਤੁਸੀਂ ਮੈਂ ਵੀ ਉਸ ਕਮੇਟੀ 'ਚ ਰਿਹਾ ਤੇ ਤੁਸੀਂ ਵੀ ਉਸ ਕਮੇਟੀ 'ਚ ਰਹੇ ਹੋ ਭਾਟੀਆ ਸਾਹਿਬ, ਤੇ ਉਹ ਤੁਹਾਨੂੰ ਵੀ ਪਤਾ ਬਈ ਉਹ ਕਿਸ ਤਰ੍ਹਾਂ ਹੁੰਦਾ ਰਿਹਾ। ਉਸ ਤੋਂ ਬਾਅਦ ਫਿਰ ਉੱਥੇ ਬਰਨਾਲਾ ਉੱਥੇ ਰਿਹਾ। ਚਲੋ ਉਮੀਦ ਕਰਦੇ, ਜਿਵੇਂ ਪ੍ਰਧਾਨ ਜੀ ਨੇ ਕਿਹਾ, ਭਾਟੀਆ ਸਾਹਿਬ ਨੇ ਕਿਹਾ, ਖਾਲਸਾ ਜੀ ਨੇ ਕਿਹਾ ਕਿ ਭਾਈਚਾਰਾ ਬਣਿਆ ਰਵੇ, ਰਲ ਮਿਲ ਕੇ ਜਿਹੜਾ ਸਾਰੇ ਸਹਿਯੋਗ ਕਰਨ। ਔਰ ਖਾਲਸਾ ਜੀ ਦੀ ਗੱਲ ਜੇ ਆਪਾਂ ਸਮਝੀਏ ਤਾਂ ਉਹਦਾ ਮਤਲਬ ਇਹ ਹੈ ਕਿ ਜਿਹੜਾ ਬਾਰ-ਬਾਰ ਨਹੀਂ ਹਟਦਾ, ਜਿਹਦੇ ਕਰਕੇ ਬਾਕੀਆਂ ਨੂੰ ਪਰੇਸ਼ਾਨੀ ਆਉਂਦੀ ਹੈ, ਤਾਂ ਉਹਦੇ ਨਾਲ ਸਖਤੀ ਅਗਰ ਹੋ ਵੀ ਜਾਵੇ ਤਾਂ ਕੋਈ ਮਾੜੀ ਗੱਲ ਨਹੀਂ ਹੈ। ਸਿਰਫ ਆਮ ਦੇਖੋ, ਦੁਕਾਨਦਾਰ ਨੂੰ ਨਗਰ ਕੌਂਸਲ ਦਾ ਮਤਲਬ ਇਹ ਨਹੀਂ ਵੀ ਦੁਕਾਨਦਾਰਾਂ ਨੂੰ ਨਗਰ ਕੌਂਸਲ ਪਰੇਸ਼ਾਨ ਕਰੇ। ਜਿਸ ਤਰ੍ਹਾਂ ਵੱਡੇ ਸ਼ਹਿਰਾਂ ਲੁਧਿਆਣਾ ਜਾਂ ਦੂਜੇ 'ਚ ਹੁੰਦਾ ਆ ਵੀ ਆ ਗਏ ਚੱਲ ਗਏ, ਉਹਦੇ ਸਿਰਫ ਇਹੀ ਆ ਵੀ ਆਪਾਂ ਜਿਸ ਤਰ੍ਹਾਂ ਮੀਟਿੰਗ ਕੀਤੀ ਹੈ, ਦੇਖੋ ਪੀਸਫੁਲੀ ਮੀਟਿੰਗ ਹੋਈ ਆ। ਅਸੀਂ ਬਕਾਇਦਾ ਅਨਾਉਂਸਮੈਂਟ ਵੀ ਕਰਾਈ ਆ, ਔਰ ਬਕਾਇਦਾ ਪ੍ਰਧਾਨਾਂ ਦੇ ਨਾਲ ਬੇਨਤੀ ਵੀ ਕੀਤੀ ਆ। ਵਪਾਰ ਮੰਡਲ ਦੇ ਪ੍ਰਧਾਨ ਜੀ ਵੀ ਬੈਠੇ, ਇਹਨਾਂ ਰਾਹੀਂ ਵੀ ਬੇਨਤੀ ਕਰਦੇ ਆ। ਤੇ ਜੇ ਉਹ ਆਪੇ ਸਹਿਯੋਗ ਦੇਣਗੇ, ਮੈਨੂੰ ਲੱਗਦਾ ਨਗਰ ਕੌਂਸਲ ਨੂੰ ਤੇ ਕਾਰਵਾਈ ਕਰਨ ਦੀ ਜ਼ਰੂਰਤ ਨਹੀਂ ਪਊਗੀ। ਮੈਂ ਉਹੀ ਫਿਰ ਦੁਬਾਰਾ ਰਿਪੀਟ ਕਰਦਾ ਵੀ ਜੇ ਲੋਕ ਸਹਿਯੋਗ ਦੇਣਗੇ, ਦੁਕਾਨਦਾਰ ਵੀ ਸਾਡੇ ਆ, ਮਤਲਬ ਸਾਡਾ ਦਿਲ ਨਹੀਂ ਕਰਦਾ ਵੀ ਅਸੀਂ ਉਹਨਾਂ ਦਾ, ਕਿਉਂਕਿ ਉਹ ਵੀ ਸਾਡੇ ਵੋਟਰ ਸਪੋਰਟਰ ਆ। ਤੇ ਜਿਹੜੇ ਲੰਘਦੇ ਬਾਜ਼ਾਰ ਦੇ ਵਿੱਚੋਂ ਸਾਡੇ ਪਰਿਵਾਰਕ ਮੈਂਬਰ, ਸਾਡੇ ਸ਼ਹਿਰ ਵਾਲੇ ਲੰਘਦੇ ਆ। ਕਿਉਂਕਿ ਇੱਕ ਦੁਕਾਨਦਾਰ ਮੂਹਰੇ ਜਦੋਂ 10 ਮੋਟਰਸਾਈਕਲ ਲੱਗ ਜਾਂਦੇ ਆ, ਜਦੋਂ ਸਮਾਨ ਬਾਹਰ ਪਿਆ ਤਾਂ ਉਹ ਟ੍ਰੈਫਿਕ ਦੀ ਦਿੱਕਤ ਆਉਂਦੀ ਹੈ। ਉਹ ਤੁਸੀਂ ਖੁਦ ਜਾ ਕੇ ਦੇਖ ਸਕਦੇ ਆ ਵੀ ਜਿਹੜੇ ਫੜੀਆਂ ਵਾਲੇ ਆ 15-15 ਫੁੱਟ ਦੁਕਾਨਾਂ ਲੱਗੀਆਂ, ਤੇ ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ ਆ। ਜੇ ਉਹ ਨਹੀਂ ਲਾਸ ਤੇ ਕਰਦੇ ਫਿਰ ਕਾਰਵਾਈ ਕਰਨੀ ਚਾਹੀਦੀ, ਪਹਿਲਾਂ ਕਰਨ ਦੀ ਲੋੜ ਹੀ ਨਹੀਂ ਗੀ। ਚਲੋ, ਮੈਨੂੰ ਉਮੀਦ ਹੈ ਜੀ ਸਾਰੀ ਗੱਲ ਕਲੀਅਰ ਹੋ ਗਈ। ਸਚਿਨ ਦੀਵਾਨ ਪ੍ਰਧਾਨ ਜੀ ਨੇ ਵੀ ਸਾਰੀ ਗੱਲ ਕਲੀਅਰ ਕਰਤੀ, ਭਾਟੀਆ ਸਾਹਿਬ ਨੇ, ਔਰ ਖਾਲਸਾ ਜੀ ਨੇ। ਉਮੀਦ ਹੈ ਸਾਰੇ ਦੁਕਾਨਦਾਰ ਸਹਿਯੋਗ ਕਰਨਗੇ। ਬਣੇ ਰਹਿਣਾ ਵੀ ਬੱਤੀ ਨਵਾਂ ਸ਼ਹਿਰ, ਆਪਣੀ ਛੋਟ ਵੀ ਦਿਨੇ ਸੂਰੀ ਕੈਮਰਾ ਪਰਸਨ ਜੀ ਕੋਲ ਇਜਾਜ਼ਤ ਦਿਓ। ਬੋਲੀ ਫਿਰ ਤੋਂ ਸਤਿ ਸ਼੍ਰੀ ਅਕਾਲ।